Good morning dear students. In previous video we discussed about the Oersted experiment. In that experiment we studied about the how a current carrying electric current carrying conductor can produce magnetic field around it. So now we are going to discuss what is the nature of that magnetic field which produce around the current carrying conductor. So now let us suppose this is current carrying conductor. ਆਪਾਂ ਹੁਣ ਡਿਸਕਸ ਕਰਨਾ ਵਾ ਕਿ ਆਪਣੇ ਕੋਲ ਕੋਈ ਕਰੰਟ ਕੈਰਿੰਗ ਕੰਡਕਟਰ ਆ। ਹੁਣ ਇਹਦਾ ਨੇਚਰ ਕਿਸ ਤਰ੍ਹਾਂ ਆਪਾਂ ਨੂੰ ਪਤਾ ਤਾਂ ਲੱਗ ਗਿਆ ਮੈਗਨੈਟਿਕ ਫੀਲਡ ਪ੍ਰੋਡਿਊਸ ਹੋਇਆ। ਆਪਾਂ ਉਹਦੀ ਨੀਡਲ ਦੀ ਜੋ ਡਿਫਲੈਕਸ਼ਨ ਹੋਈ ਸੀਗੀ ਉਹਦੇ 'ਚ ਇਹ ਦੱਸਦਾ ਸੀਗਾ ਕਿ ਜੋ ਨੀਡਲ ਡਿਫਲੈਕਟ ਹੋਈ ਆ ਕਿਹਦੇ ਕਰਕੇ ਹੋਈ ਆ ਡਿਊ ਟੂ ਮੈਗਨੈਟਿਕ ਫੀਲਡ ਅਰਾਊਂਡ ਦਾ ਕੰਡਕਟਰ। ਆਪਾਂ ਦੱਸਣਾ ਉਹਨੂੰ ਮੈਗਨੈਟਿਕ ਫੀਲਡ ਜਿਹੜਾ ਇਹਦੇ ਆਸੇ-ਪਾਸੇ ਪ੍ਰੋਡਿਊਸ ਹੋਇਆ ਉਹ ਕਿੱਦਾਂ ਦਾ ਵਾ। ਉਹਦੇ ਲਈ ਇੱਕ ਐਕਸਪੈਰੀਮੈਂਟ ਪਰਫਾਰਮ ਕੀਤਾ ਗਿਆ। ਉਹ ਐਕਸਪੈਰੀਮੈਂਟ ਕੀ ਸੀ ਕਿ ਕੋਈ ਕਰੰਟ ਕੈਰਿੰਗ ਕੰਡਕਟਰ ਆ ਉਹਨੂੰ ਕਿਸੇ ਕਾਰਡਬੋਰਡ ਦੇ ਵਿੱਚੋਂ ਗੱਤੇ ਦੇ ਵਿੱਚੋਂ ਪਾਸ ਕਰਾਤਾ ਇਸ ਤਰ੍ਹਾਂ, ਠੀਕ ਹੈ, ਕਾਰਡਬੋਰਡ ਦੇ ਵਿੱਚੋਂ ਪਾਸ ਕਰਾਤਾ। ਉਸ ਤੋਂ ਬਾਅਦ ਕੀ ਕੀਤਾ ਕਿ ਉਹਦੇ ਆਸੇ-ਪਾਸੇ ਆਇਰਨ ਫਿਲਿੰਗਸ ਰੱਖਤੀਆਂ, ਠੀਕ ਹੈ, ਆਇਰਨ ਫਿਲਿੰਗਸ ਜਿਹਦੀ ਉਹ ਮੈਗਨੈਟਿਕ ਨੀਡਲ ਬਣੀ ਸੀ ਜਾਂ ਆਪਾਂ ਮੈਗਨੈਟਿਕ ਮਟੀਰੀਅਲ ਦੀ ਗੱਲ ਕਰਦੇ ਹਾਂ। ਆਇਰਨ ਫਿਲਿੰਗਸ ਹੋ ਗਈਆਂ ਛੋਟੀਆਂ-ਛੋਟੀਆਂ ਪੱਤੀਆਂ ਤੇ ਜਾਂ ਆਪਾਂ ਗੱਲ ਕਰਦੇ ਹਾਂ ਕਿਹਦੀ ਮੈਗਨੈਟਿਕ ਮਟੀਰੀਅਲ ਦੀ। ਹੁਣ ਕੀ ਹੋਇਆ ਕਿ ਜਿਹੜੀਆਂ ਕਾਰਡਬੋਰਡ ਦੇ ਉੱਤੇ ਆਪਾਂ ਇਸ ਤਰ੍ਹਾਂ ਆਸੇ-ਪਾਸੇ ਜਿੱਦਾਂ ਮਰਜ਼ੀ ਰੱਖਤੀਆਂ, ਠੀਕ ਹੈ, ਆਇਰਨ ਫਿਲਿੰਗ ਛੋਟੀਆਂ-ਛੋਟੀਆਂ ਪੱਤੀਆਂ ਜੋ ਸੀਗੀਆਂ ਉਹ ਰੱਖਤੀਆਂ। ਆਪਾਂ ਕੀ ਕੀਤਾ ਇਸ ਦੇ ਵਿੱਚੋਂ ਕਰੰਟ ਪਾਸ ਕਰਾਤਾ। ਜਦੋਂ ਹੀ ਆਪਾਂ ਇਹਦੇ ਚੋਂ ਕਰੰਟ ਪਾਸ ਕਰਾਇਆ, ਕਰੰਟ ਪਾਸ ਕਰਨ ਦੇ ਨਾਲ ਕੀ ਹੋਇਆ ਕਿ ਜਿਹੜੀਆਂ ਆਇਰਨ ਫਿਲਿੰਗਸ ਆਪਾਂ ਇਹਦੇ ਆਸੇ-ਪਾਸੇ ਰੱਖੀਆਂ ਸੀਗੀਆਂ ਖਿਲਾਰੀਆਂ ਸੀਗੀਆਂ ਉਹ ਆਪਣੇ ਆਪ ਕੀ ਹੋਈਆਂ ਇੱਕ ਸਰਕਲ ਦੇ ਵਿੱਚ ਅਰੇਂਜ ਹੋ ਗਈਆਂ। ਮਤਲਬ ਇਸ ਕੰਡਕਟਰ ਦੇ ਅਰਾਊਂਡ ਆਪਣੇ ਕੋਲ ਇਸ ਤਰ੍ਹਾਂ ਉਹ ਇੱਕ ਸਰਕਲ ਦੇ ਵਿੱਚ ਅਰੇਂਜ ਹੋ ਗਈਆਂ ਆਇਰਨ ਫਿਲਿੰਗਸ, ਠੀਕ ਹੈ। ਇੱਥੋਂ ਆਪਾਂ ਨੂੰ ਕੀ ਪਤਾ ਲੱਗ ਗਿਆ ਕਿ ਜੋ ਆਪਣੇ ਕੋਲ ਮੈਗਨੈਟਿਕ ਫੀਲਡ ਪ੍ਰੋਡਿਊਸ ਹੋਇਆ ਕਿਸੇ ਕਰੰਟ ਕੈਰਿੰਗ ਕੰਡਕਟਰ ਦੇ ਅਰਾਊਂਡ ਉਹ ਮੈਗਨੈਟਿਕ ਫੀਲਡ ਕਿਸ ਤਰ੍ਹਾਂ ਦਾ ਉਹਦਾ ਨੇਚਰ ਕੀ ਹੋ ਗਿਆ ਸਰਕੂਲਰ ਹੋ ਗਿਆ। ਮਤਲਬ ਜਦੋਂ ਵੀ ਆਪਾਂ ਕਿਸੇ ਕਰੰਟ ਕੈਰਿੰਗ ਕੰਡਕਟਰ ਦੇ ਬਾਰੇ ਗੱਲ ਕਰਾਂਗੇ ਉਸ ਦੇ ਅਰਾਊਂਡ ਜੋ ਮੈਗਨੈਟਿਕ ਫੀਲਡ ਪ੍ਰੋਡਿਊਸ ਹੋਊਗਾ ਉਹ ਹਮੇਸ਼ਾ ਕੀ ਹੋਊਗਾ ਸਰਕੂਲਰ ਫਾਰਮ ਦੇ ਵਿੱਚ ਪ੍ਰੋਡਿਊਸ ਹੁੰਦਾ ਵਾ। ਤੇ ਉਸ ਤੋਂ ਬਾਅਦ ਜਿਵੇਂ ਹੀ ਆਪਾਂ ਇਸ ਤੋਂ ਦੂਰ ਜਾਂਦੇ ਜਾਵਾਂਗੇ ਮਤਲਬ ਕਰੰਟ ਕੈਰਿੰਗ ਕੰਡਕਟਰ ਤੋਂ ਆਪਾਂ ਜਿਵੇਂ ਡਿਸਟੈਂਸ ਇਨਕਰੀਜ਼ ਕਰਾਂਗੇ ਜੋ ਮੈਗਨੈਟਿਕ ਫੀਲਡ ਦਾ ਨੇਚਰ ਆ ਜਾਂ ਮੈਗਨੈਟਿਕ ਫੀਲਡ ਉਹ ਵੀਕ ਹੁੰਦਾ ਜਾਊਗਾ ਜਿਵੇਂ ਡਿਸਟੈਂਸ ਇਨਕਰੀਜ਼ ਹੋਊਗਾ। ਉਸ ਤੋਂ ਬਾਅਦ ਗੱਲ ਆ ਜਾਂਦੀ ਆ ਕਿ ਜੋ ਮੈਗਨੈਟਿਕ ਫੀਲਡ ਪ੍ਰੋਡਿਊਸ ਹੋਇਆ ਉਹਦੀ ਡਾਇਰੈਕਸ਼ਨ ਕਿੱਦਾਂ ਦੀ ਹੋਊਗੀ, ਕਿਸ ਸਾਈਡ ਹੋਊਗੀ, ਕਿਉਂਕਿ ਹੁਣ ਆਪਾਂ ਐਰੋ ਇਸ ਸਾਈਡ ਵੀ ਲਾ ਸਕਦੇ ਆ ਤੇ ਜੋ ਐਰੋ ਆ ਉਹ ਆਪੋਜ਼ਿਟ ਵੀ ਲੱਗ ਸਕਦਾ ਵਾ। ਇਸ ਡਾਇਰੈਕਸ਼ਨ ਨੂੰ ਦੱਸਣ ਦੇ ਲਈ ਜਿਵੇਂ ਆਪਾਂ ਨੀਡਲ ਦੀ ਡਿਫਲੈਕਸ਼ਨ ਦੱਸੀ ਸੀ ਉਹਦੇ ਲਈ ਦੋ ਰੂਲ ਬਣੇ ਸੀਗੇ, ਸਲੋ ਰੂਲ ਜਾਂ ਸਵਿਮਿੰਗ ਰੂਲ। ਇਸੇ ਤਰ੍ਹਾਂ ਇਹਦੇ ਵਿੱਚ ਵੀ ਆਪਣੇ ਕੋਲ ਰੂਲ ਆ ਕਿਉਂਕਿ ਆਪਾਂ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਦੱਸਣੀ ਆ ਕਿ ਕਿਸ ਤਰ੍ਹਾਂ ਦੀ ਡਾਇਰੈਕਸ਼ਨ ਹੋ, ਕਿਸ ਸਾਈਡ ਡਾਇਰੈਕਸ਼ਨ ਹੋਊਗੀ, ਕਲੌਕਵਾਈਜ਼ ਹੋਊਗੀ ਐਂਟੀ ਕਲੌਕਵਾਈਜ਼ ਹੋਊਗੀ। ਇਸ ਨੂੰ ਦੱਸਣ ਦੇ ਲਈ ਆਪਣੇ ਕੋਲ ਜੋ ਰੂਲ ਆ ਉਹ ਹੈ ਆਪਣੇ ਕੋਲ ਰਾਈਟ ਹੈਂਡ ਥੰਬ ਰੂਲ ਜਾਂ ਇਸੇ ਨੂੰ ਆਪਾਂ ਸਕ੍ਰਿਊ ਰੂਲ ਵੀ ਕਹਿ ਦਿੰਦੇ ਆ, ਕੌਰਕ ਰੂਲ ਵੀ ਕਹਿ ਦਿੰਦੇ ਆ। ਰਾਈਟ ਹੈਂਡ ਥੰਬ ਰੂਲ ਜਾਂ ਸਕ੍ਰਿਊ ਜਾਂ ਕੌਰਕ ਰੂਲ ਇਹ ਸਾਰੇ ਆਪਾਂ ਨੂੰ ਦੱਸਦੇ ਆ ਕਿ ਜੋ ਮੈਗਨੈਟਿਕ ਫੀਲਡ ਪ੍ਰੋਡਿਊਸ ਹੋਇਆ ਉਸ ਮੈਗਨੈਟਿਕ ਫੀਲਡ ਦੀ ਜੋ ਡਾਇਰੈਕਸ਼ਨ ਆ ਉਹ ਕਿੱਦਾਂ ਦੀ ਹੋਊਗੀ। ਹੁਣ ਪਹਿਲਾਂ ਆਪਾਂ ਇਹਦੀ ਡੈਫੀਨੇਸ਼ਨ ਕਰਦੇ ਆ। ਆਪਾਂ ਰਾਈਟ ਹੈਂਡ ਦੀ ਗੱਲ ਕੀਤੀ, ਆਪਣਾ ਰਾਈਟ ਹੈਂਡ ਆ, ਰਾਈਟ ਹੈਂਡ ਥੰਬ ਰੂਲ ਇਸ ਤਰ੍ਹਾਂ ਰੱਖਣਾ ਆਪਾਂ ਰਾਈਟ ਹੈਂਡ ਥੰਬ ਰੂਲ। ਇਹਨੂੰ ਆਪਾਂ ਡਿਫਾਈਨ ਕਰਨ ਲੱਗੇ ਆ ਕਿ ਇਹ ਰਾਈਟ ਹੈਂਡ ਥੰਬ ਰੂਲ ਹੈ ਕੀ। ਇਹਦੇ 'ਚ ਕੀ ਹੁੰਦਾ ਅਕੋਰਡਿੰਗ ਟੂ ਰਾਈਟ ਹੈਂਡ ਥੰਬ ਰੂਲ ਥੰਬ ਰਿਪਰੈਜ਼ੈਂਟ ਡਾਇਰੈਕਸ਼ਨ ਆਫ ਫਲੋ ਆਫ ਕਰੰਟ ਕਿ ਜਿਹੜੀ ਡਾਇਰੈਕਸ਼ਨ 'ਚ ਕਰੰਟ ਫਲੋ ਕਰਦਾ ਚਾਹੇ ਅਪਵਰਡ ਆ ਚਾਹੇ ਡਾਊਨਵਰਡ ਆ ਆਪਾਂ ਆਪਣਾ ਥੰਬ ਉਸ ਸਾਈਡ ਰੱਖਣਾ ਵਾ। ਤੇ ਜਿਹੜੀਆਂ ਕਰਲ ਫਿੰਗਰ ਆ ਉਹ ਆਪਾਂ ਨੂੰ ਸ਼ੋ ਕਰਦੀਆਂ ਡਾਇਰੈਕਸ਼ਨ ਆਫ ਮੈਗਨੈਟਿਕ ਫੀਲਡ।
ठीक है। ये अपना राइट हैंड थंब रूल आ कि जो अपना थंब आ वो रिप्रजेंट करता वा डायरेक्शन ऑफ फ्लो ऑफ करंट, ते जो अपनियां फिंगर कर्ल आ वो रिप्रजेंट करदियां वा डायरेक्शन ऑफ द मैग्नेटिक फील्ड। आओ ਆਪਾਂ ਇਹਦੇ ਉੱਤੇ ਅਪਲਾਈ ਕਰਦੇ ਹਾਂ। ਸਪੋਜ਼ ਕਰ ਲਓ ਆਪਣਾ ਕਰੰਟ ਕੈਰਿੰਗ ਕੰਡਕਟਰ, करंट की डायरेक्शन देखो की है अपवर्ड आ, मैं अपना थंब अपवर्ड रख रहा। ਆਪਾਂ ਨੂੰ ਪਤਾ जो मैग्नेटिक फील्ड प्रोड्यूस होना की होना सर्कुलर होना, तो पता ही ਆਪਾਂ ਨੂੰ। ਹੁਣ ਇਹਦੇ ਉੱਤੇ राइट हैंड थंब रूल अप्लाई कर दो। देखो करंट की डायरेक्शन अपवर्ड, एरो किस साइड लगूगी, जिस साइड अपनी फिंगर मूव करदियां पईयां। देखो किदां होंदियां पईयां फिंगर इस साइड, ठीक है। एरो का निशान आ जिहड़ा इस साइड आऊगा, मेरे वाली साइड। इस तरह ਆਪਾਂ ਕੀ ਕੀਤਾ कि मैग्नेटिक फील्ड की जो डायरेक्शन है राइट हैंड थंब रूल यूज करके आप फाइंड कर ली। ये डायरेक्शन की होगी देखो एंटी क्लॉकवाइज। इसी तरह जे डाउनवर्ड है डायरेक्शन, जे करंट की डायरेक्शन है डाउनवर्ड है, और देखो करंट डाउनवर्ड है, फिंगर इस तरह आउंदियां पईयां, ਇਹਦਾ मतलब ਹੁਣ डायरेक्शन की होगी क्लॉकवाइज, ठीक है। इस तरह ਆਪਾਂ ਕੀ ਕਰ ਸਕਦੇ ਹਾਂ, मैग्नेटिक फील्ड की जो डायरेक्शन आ जो प्रोड्यूस होया सर्कुलर फॉर्म ਦੇ ਵਿੱਚ ਉਹਦੀ जो डायरेक्शन आ ਉਹ फाइंड कर सकते हैं बाय यूजिंग राइट हैंड थंब रूल, ਸਕਰੂ रूल या कॉर्क रूल। ਹੁਣ ਸਕਰੂ ਜਾਂ कॉर्क रूल ਕੀ ਆ, ਜਿਵੇਂ ਆਪਾਂ ਸਕਰੂ ਕੋਈ ਟਾਈਟ ਕਰਦੇ ਆ, ਆਪਾਂ ਨੂੰ ਟਾਈਟ ਕਰਦੇ ਪਏ ਇਸ ਤਰ੍ਹਾਂ, ਦੇਖੋ ਆਪਣੀ ਮੋਸ਼ਨ ਦੀ डायरेक्शन ਆ ਹੋਗੀ, ਪਰ ਜਿਹੜੀ ਉਹਦੀ ਮੂਵਮੈਂਟ ਹੈ ਜਦੋਂ ਆਪਾਂ ਨੂੰ ਟਾਈਟ ਕਰਦੇ ਆ ਡਾਊਨਵਰਡ ਮੂਵ ਕਰਦਾ। ਇਸੇ ਤਰ੍ਹਾਂ ਜਦੋਂ ਤੁਸੀਂ ਉਹਨੂੰ ਖੋਲੋਗੇ ਸਕਰੂ ਨੂੰ, डायरेक्शन ਉਲਟ, ਪਹਿਲਾਂ ਆਪਾਂ ਨੂੰ ਟਾਈਟ ਕੀਤਾ डायरेक्शन ਇਸ ਸਾਈਡ ਸੀਗੀ, ਹੁਣ ਜਦੋਂ ਉਹਨੂੰ ਤੁਸੀਂ ਖੋਲੋਗੇ ਉਹਦੀ डायरेक्शन ਚੇਂਜ ਹੋ ਗਈ ਤੇ ਉਹ ਅਪਵਰਡ ਮੂਵ ਕਰਦਾ। ਮਤਲਬ ਜਿਹੜੀ ਸਾਈਡ ਸਕਰੂ ਮੂਵ ਕਰਦਾ ਪਿਆ ਉਹ ਕਰੰਟ ਦੀ डायरेक्शन ਆ, ਜਿਹੜੀ ਸਾਈਡ ਆਪਾਂ ਨੂੰ ਰੋਟੇਟ ਕਰਦੇ ਪਏ ਆ ਉਹ ਮੈਗਨੈਟਿਕ ਫੀਲਡ ਦੀ डायरेक्शन ਹੋਗੀ। ਇਸੇ ਤਰ੍ਹਾਂ ਸਿੰਪਲ ਕॉर्क रूल ਆ। कॉर्क रूल ਦਾ ਮਤਲਬ ਕਿਵੇਂ, ਜਿਵੇਂ ਆਪਾਂ ਬੋਤਲ ਦਾ ਢੱਕਣ ਖੋਲਦੇ ਆ ਬੰਦ ਕਰਦੇ, ਜਿਵੇਂ ਮਾਰਕਰ ਆ ਮੈਨੂੰ ਇਸ ਤਰ੍ਹਾਂ ਕੀ ਆ ਖੋਲਣਾ ਸ਼ੁਰੂ ਕਰਤਾ, मोशन की डायरेक्शन इस साइड आ देखो, पर यह खुलता उपर वाली साइड, रिजल्टेंट उपर वाली साइड, मतलब करंट की डायरेक्शन अपवर्ड ते मैग्नेटिक फील्ड इस साइड हो गया। इसी तरह जब टाइट करांगे डायरेक्शन उल्ट होगी ते एक किहड़ी साइड मूव करता पिया, डाउनवर्ड मूव करता पिया जदों आपां नूं टाइट कीता। इस तरह ये सारे रूल आपां नूं किहदे बारे दसदे आ, जदों आपां डायरेक्शन ऑफ मैग्नेटिक फील्ड फाइंड करनी है। हुण इस तो बाद ਜਦੋਂ ਆਪਾਂ ਇਸ ਦੇ ਉੱਤੇ ਕੋਈ ਟੈਂਜੈਂਟ ਡਰਾ ਕਰ ਲਿਆ, ਸਪੋਜ਼ ਕਰ ਲਓ ਆ ਜਿਸ ਪੁਆਇੰਟ ਦੇ ਉੱਤੇ ਮਰਜ਼ੀ ਤੁਸੀਂ ਟੈਂਜੈਂਟ ਡਰਾ ਕਰ ਸਕਦੇ ਆ, ਉਹ ਟੈਂਜੈਂਟ ਆਪਾਂ ਨੂੰ ਕਿਹਦੇ ਬਾਰੇ ਦੱਸਦਾ ਵਾ, ਉਹ ਟੈਂਜੈਂਟ ਆਪਾਂ ਨੂੰ ਜਿੱਥੋਂ ਵੀ ਤੁਸੀਂ ਡਰਾ ਕੀਤਾ, ਜਿੱਥੋਂ ਮਰਜ਼ੀ ਡਰਾ ਕਰ ਸਕਦੇ ਟੈਂਜੈਂਟ, ਜਿਸ ਪੁਆਇੰਟ ਦੇ ਉੱਤੇ ਮਰਜ਼ੀ ਡਰਾ ਕਰ ਸਕਦੇ ਆ, ਇਹ ਟੈਂਜੈਂਟ ਆਪਾਂ ਨੂੰ ਦੱਸਦਾ ਵਾ डायरेक्शन ऑफ मैग्नेटिक फील्ड एट दैट पॉइंट। मतलब उस पॉइंट के उत्ते मैग्नेटिक फील्ड की जो डायरेक्शन आ वो की होगी, वो आपां नूं की दसदा वा, ये टेंजेंट दसदा वा। का ਇਹਦਾ ਸੀ ਆਪਣੇ ਕੋਲ नेचर ऑफ मैग्नेटिक फील्ड कि किदां दा प्रोड्यूस होया ते आपां किवें डायरेक्शन नूं दसदे आ। इस तो नैक्सट जो अपने कोल आ जांदा वा कि आपां मैग्नेटिक फील्ड जो डिनोट करना ਉਹਦਾ ਸਿੰਬਲ ਕਿਦਾਂ ਦਾ ਹੋਇਆ ਕਰੂ। मतलब ਜਦੋਂ ਆਪਾਂ डायग्राम ਬਣਾਵਾਂਗੇ ਉਦੋਂ ਤੁਸੀਂ डायग्राम ਦੇ ਵਿੱਚ ਇਸ ਤਰ੍ਹਾਂ ਦੇ ਕੁਝ ਜਿਹੜੇ ਆ ਪੁਆਇੰਟ ਨੋਟ ਕਰੋਗੇ, ਜਾਂ ਡਾਟ ਲੱਗੇ ਹੋਣਗੇ ਜਾਂ ਕ੍ਰਾਸ ਹੋਊਗਾ ਇਸ ਤਰ੍ਹਾਂ। मतलब इस तरह के सिंबल ਤੁਸੀਂ ਦੇਖੋਗੇ ਆਪਾਂ ਜਦੋਂ ਵੀ डायग्राम ਕਰਾਂਗੇ ਅੱਗੇ ਤੁਸੀਂ ਇਸ ਤਰ੍ਹਾਂ ਦੇ ਸਿੰਬਲ ਦੇਖਾਂਗੇ। ਹੁਣ ਇਹਨਾਂ ਸਿੰਬਲ ਦਾ मीनिंग ਕੀ ਆ, ਇਹ ਕੀ ਰਿਪਰੈਜ਼ੈਂਟ ਕਰਦੇ ਆ। ਜੇ ਤਾਂ ਸਿੰਬਲ ਆਪਣੇ ਕੋਲ ਡਾਟ ਲੱਗਾ ਹੈ ਇਸ ਤਰ੍ਹਾਂ, ਡਾਟ ਦਾ मतलब ਹਮੇਸ਼ਾ ਕੀ ਹੋਊਗਾ ਕਿ ਜਦੋਂ ਤੁਸੀਂ ਪੇਪਰ ਦੇ ਉੱਤੇ ਡਰਾ ਕੀਤਾ ਇਸ ਤਰ੍ਹਾਂ ਡਾਟ ਉਹਦੇ ਉੱਤੇ, ਉਹਦਾ ਮਤਲਬ ਕੀ ਆ, ਡਾਟ ਦਾ ਮਤਲਬ ਕਿ ਜਿਹੜਾ ਮੈਗਨੈਟਿਕ ਫੀਲਡ ਆ ਉਹ ਪੇਪਰ ਤੋਂ ਆਊਟਵਰਡ ਆ। ठीक है, जिवें अपने को प्लेन पेज पिया, आ प्लेन पेज आ आपां दे उत्ते राइट करदे पे, जिहदे उत्ते डॉट लगा होया ओहदा मतलब की होगा कि जिहड़ी मैग्नेटिक फील्ड दी डायरेक्शन आ वो पेपर दे सरफेस तो परपेंडिकुलर आ अपवर्ड। जे क्रॉस लगा, क्रॉस दा मीनिंग होगा पेपर दे सरफेस तो मैग्नेटिक फील्ड दी डायरेक्शन आ वो डाउनवर्ड आ। ठीक है, ये सिंबल सी मैग्नेटिक फील्ड दे ते ये आपां याद रखना वा क्योंकि इहदी आपां नूं लोड़ पऊगी अगे कि जिथे डॉट लगा, डॉट का मतलब होगा कि जो अपना मैग्नेटिक फील्ड आ वो पेपर के सरफेस तो अपवर्ड होगा, परपेंडिकुलर ही मतलब अपवर्ड हो गया, तो जेड़ा क्रॉस आ क्रॉस का मतलब पेपर के सरफेस तो डाउनवर्ड।
ठीक है। ये सीगे अपने को मैग्नेटिक फील्ड के सिंबल, आपां B दे नाल डिनोट करते हैं मैग्नेटिक फील्ड को। नेक्स्ट आ जाता अपने को डेफिनेशन, व्हाट इज द मैग्नेटिक फील्ड। मैग्नेटिक फील्ड को किवें डिफाइन करना। मैग्नेटिक फील्ड देखो की हो गया कि किसी भी मैगनेट दे राउंड या करंट कैरिंग कंडक्टर दे राउंड वो स्पेस जिहदे विच कोई अपने कोल मैग्नेटिक मटीरियल फोर्स एक्सपीरियंस करता पे, उसनूं आपां की कह दांगे मैग्नेटिक फील्ड। मतलब जिन्नी जिन्नी जगह दे विच अपने कोल कोई मैग्नेटिक मटीरियल वो आपदे उत्ते फोर्स एक्सपीरियंस करता पिया, उहनूं आपां की कह दांगे ओहदा मैग्नेटिक फील्ड। ठीक है। जिवें अपने को इसी तरह करंट कैरिंग कंडक्टर है या मैगनेट है, आप इत्थे कोई मैग्नेटिक मटीरियल रखदा, और ये मैग्नेटिक मटीरियल जां तां रिपेल होगा जां इहदे वल अट्रैक्ट होगा, ਇਹਦਾ मतलब ਇਹਦੇ ਚ फील्ड च ਪਿਆ ਵਾ। ਹੁਣ ਜੇ मैग्नेटिक मटीरियल ਨੂੰ ਆਪਾਂ ਇਸ ਜਗ੍ਹਾ ਤੇ ਰੱਖਦਾ, ਹੁਣ ਇਹਦੇ ਤੇ ਕੋਈ ਇਫੈਕਟ ਨਹੀਂਗਾ, ਆਪਾਂ ਮੈਗਨੇਟ ਵੀ ਉੱਤੇ ਪਿਆ ਆ ਵੀ ਉੱਤੇ ਪਿਆ, ਇਹਦਾ मतलब ਇਹ मैग्नेटिक फील्ड ਤੋਂ ਬਾਹਰ ਚਲਾ ਗਿਆ। मतलब मैग्नेटिक फील्ड ਕੀ ਹੋ ਗਿਆ कि करंट कैरिंग कंडक्टर या मैगनेट दे राउंड वो स्पेस जिहदे विच कोई मैग्नेटिक मटीरियल आपदे उत्ते फोर्स एक्सपीरियंस करदा, उस नूं आपां की कह दिंदे आ मैग्नेटिक फील्ड। इस नूं आपां डिनोट करदे आपां क्या मैग्नेटिक फील्ड नूं B दे नाल। नेक्स्ट आ जांदा अपने कोल मैग्नेटिक फोर्स की हुंदा। मैग्नेटिक फोर्स ਆਪਾਂ ਹੁਣੇ ਗੱਲ ਕੀਤੀ ਆ ਜਾਂ ਮੈਗਨੇਟ ਦੀ ਜਦੋਂ ਆਪਾਂ ਗੱਲ ਕਰਦੇ ਆ, ਮੈਗਨੇਟ ਦੇ ਵਿੱਚ ਕੀ ਹੁੰਦਾ ਵਾ ਕੋਈ ਬਾਡੀ ਮੈਗਨੇਟ ਵੱਲ ਅਟਰੈਕਟ ਹੋਊਗੀ ਜਾਂ ਫਿਰ ਕੀ ਹੁੰਦੀ ਆ ਰਿਪੈਲ, ਦੋ ਹੀ ਚੀਜ਼ਾਂ ਹੁੰਦੀਆਂ। ਇਹਦਾ ਮਤਲਬ ਉਹਦੇ ਉੱਤੇ ਫੋਰਸ ਲੱਗਦਾ ਪਿਆ। ਆਪਾਂ ਹੁਣੇ ਕਿਹਾ ਵਾ ਕਿ ਜਿੰਨੀ ਸਪੇਸ ਦੇ ਵਿੱਚ ਕੋਈ ਚਾਰਜ ਪਾਰਟ ਆਪਣੇ ਕੋਲ ਮੈਗਨੈਟਿਕ ਮਟੀਰੀਅਲ ਪਿਆ ਉਹ ਆਪਦੇ ਉੱਤੇ ਫੋਰਸ ਐਕਸਪੀਰੀਅੰਸ ਕਰਦਾ, ਇਹਦਾ ਮਤਲਬ ਉਹਦੇ ਉੱਤੇ ਫੋਰਸ ਲੱਗਾ। ਕਿਹਦੇ ਕਰਕੇ ਲੱਗਾ ਆਪਾਂ ਨੂੰ ਪਤਾ, ਮੈਗਨੇਟ ਰੱਖਿਆ ਸੀ, ਮੈਗਨੇਟ ਨੇ ਉਹਦੇ ਉੱਤੇ ਫੋਰਸ ਐਕਸਪੀਰੀਅੰਸ ਕੀਤਾ, ਜਾਂ ਉਹਨੂੰ ਅਟਰੈਕਟ ਕਰਦਾ ਜਾਂ ਰਿਪੈਲ ਕਰਦਾ। ਹੁਣ ਉਹ ਮੈਗਨੈਟਿਕ ਫੋਰਸ ਜਿਹੜਾ ਵੀ ਮੈਗਨੇਟ ਕਰਕੇ ਫੋਰਸ ਲੱਗਾ ਉਹਨੂੰ ਆਪਾਂ ਕੀ ਕਹਿੰਦਾ ਮੈਗਨੈਟਿਕ ਫੋਰਸ। ਹੁਣ ਇਹ ਡਿਪੈਂਡ ਕਿਹਦੇ ਉੱਤੇ ਕਰਦਾ ਵਾ, ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਇਹਦੇ ਲਈ ਆਪਾਂ ਰਿਲੇਸ਼ਨ ਡਰਾਈਵ ਕਰਾਂਗੇ। ਇਹ ਰਿਲੇਸ਼ਨ ਤੁਸੀਂ ਯਾਦ ਰੱਖਣਾ ਵਾ ਕਿਉਂਕਿ ਇਹ ਰਿਲੇਸ਼ਨ ਆ ਜਿਹੜਾ ਵਾ ਅੱਗੇ ਸਾਰੇ ਆਰਟੀਕਲਸ ਦੇ ਵਿੱਚ ਆਪਾਂ ਯੂਜ਼ ਕਰਨਾ ਵਾ। ਮੈਗਨੈਟਿਕ ਫੋਰਸ ਕੀ ਹੈ, ਸਪੋਜ਼ ਕਰ ਲਓ ਆਪਣੀ x ਐਕਸਿਸ ਆ ਔਰ y ਐਕਸਿਸ ਆ z ਐਕਸਿਸ। ਆਪਾਂ ਕੀ ਕੀਤਾ, ਆਪਾਂ x ਐਕਸਿਸ ਦੇ ਵੱਲ ਮੈਗਨੈਟਿਕ ਫੀਲਡ ਅਪਲਾਈ ਕਰਤਾ। ਆ ਆਪਣੀ ਕਿਹਦੀ ਡਾਇਰੈਕਸ਼ਨ ਹੋਗੀ ਮੈਗਨੈਟਿਕ ਫੀਲਡ ਦੀ। ਆਪਾਂ ਸਪੋਜ਼ ਕਰ ਲਿਆ ਜਿਹੜੀ ਡਾਇਰੈਕਸ਼ਨ ਦੇ ਵਿੱਚ ਆਪਾਂ ਮੈਗਨੈਟਿਕ ਫੀਲਡ ਅਪਲਾਈ ਕੀਤਾ ਵਾ ਉਹਦੇ ਤੋਂ ਐਂਗਲ ਥੀਟਾ ਤੇ ਆਪਣਾ ਚਾਰਜ ਪਾਰਟੀਕਲ v ਵੈਲੋਸਿਟੀ ਦੇ ਨਾਲ ਮੂਵ ਕਰਦਾ ਪਿਆ। ਆਪਣੇ ਕੋਲ ਜਿਹੜਾ ਚਾਰਜ ਪਾਰਟੀਕਲ ਆ ਪਲੱਸ q ਮੰਨ ਲਿਆ, ਟੂ ਟਾਈਪਸ ਦੇ ਹੁੰਦੇ ਆ ਚਾਰਜ, ਪਲੱਸ ਜਾਂ ਮਾਈਨਸ। ਆਪਾਂ ਕੀ ਕੀਤਾ ਪਲੱਸ q ਚਾਰਜ ਸਪੋਜ਼ ਕਰ ਲਿਆ। ਇਹ ਪਲੱਸ q ਚਾਰਜ ਕੀ ਕਰਦਾ ਪਿਆ ਐਂਗਲ ਥੀਟਾ ਦੇ ਮੈਗਨੈਟਿਕ ਫੀਲਡ ਤੋਂ ਐਂਗਲ ਥੀਟਾ ਜਿਹੜੀ ਡਾਇਰੈਕਸ਼ਨ 'ਚ ਆਪਾਂ ਮੈਗਨੈਟਿਕ ਫੀਲਡ ਅਪਲਾਈ ਕੀਤਾ ਵਾ ਉਹਦੇ ਤੋਂ ਐਂਗਲ ਥੀਟਾ ਤੇ ਕਿੰਨੀ ਵੈਲੋਸਿਟੀ ਦੇ ਨਾਲ ਮੂਵ ਕਰਦਾ ਪਿਆ v ਵੈਲੋਸਿਟੀ ਦੇ ਨਾਲ। ਉਸ ਤੋਂ ਬਾਅਦ ਜਿਹੜਾ ਇਹਦੇ ਉੱਤੇ ਫੋਰਸ ਲੱਗੂਗਾ ਉਹ ਫੋਰਸ ਆਪਾਂ ਸਪੋਜ਼ ਕਰ ਲੈਂਦੇ ਆ ਮੈਗਨੈਟਿਕ ਫੀਲਡ ਤੋਂ ਪਰਪੈਂਡੀਕੂਲਰ ਲੱਗਦਾ ਪਿਆ Fm। ठीक है, आ ਇਹਦੇ ਤੇ ਫੋਰਸ ਲੱਗਦਾ ਪਿਆ। ਹੁਣ ਇਸ ਫੋਰਸ ਦੇ ਲਈ ਆਪਾਂ ਰਿਲੇਸ਼ਨ ਡਰਾਈਵ ਕਰਨਾ ਕਿ ਇਹ ਫੋਰਸ ਕਿਹਦੇ ਉੱਤੇ ਡਿਪੈਂਡ ਕਰਦਾ ਪਿਆ। ਦੇਖੋ ਕੀ ਆਊਗਾ ਆਪਣੇ ਕੋਲ ਕਿ ਜਿਹੜਾ ਮੈਗਨੈਟਿਕ ਫੋਰਸ ਆ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਆ ਕਿਹਦੇ ਚਾਰਜ ਦੇ ਇਨਟੂ v क्रॉस v। ਇਹ ਮੈਗਨੈਟਿਕ ਫੋਰਸ ਦਾ ਆਪਣੇ ਕੋਲ ਫਾਰਮੂਲਾ, मतलब जो मैग्नेटिक फोर्स एक्सपीरियंस होता पिया वा वो किहदे करके होता पिया वा इस चार्ज पार्टिकल दे उत्ते मैग्नेटिक फील्ड करके आ वाला फोर्स लगूगा। ठीक है, Fm मतलब मैग्नेटिक फोर्स डायरेक्टली प्रोपोर्शनल टू K V क्रॉस B। V क्रॉस B का मतलब की है, सपोज कर लो अपने कोल प्लेन आ, इस डायरेक्शन से आपां मैग्नेटिक फील्ड अप्लाई करता, आ Z एक्सिस सीगा, आ इस साइड Z आ, इस साइड की है x एक्सिस। मतलब पार्टिकल केड़े प्लेन च मूव करदा पे अपना x ते z प्लेन च। ठीक है, मतलब इस प्लेन तो जेड़ा परपेंडिकुलर केड़ी एक्सिस रखी आपां y एक्सिस दा, y एक्सिस दा। ਇਹਦਾ मतलब की होया
V क्रॉस B ਦਾ कि ਜਿਹੜਾ ਫੋਰਸ ਲੱਗਣਾ ਚਾਰਜ ਪਾਰਟੀਕਲ ਜਦੋਂ ਇਸ ਪਲੇਨ ਦੇ ਉੱਤੇ ਮੂਵ ਕਰਦਾ ਪਿਆ ਉਹਦੇ ਉੱਤੇ ਫੋਰਸ ਕੀ ਲੱਗੂਗਾ ਹਮੇਸ਼ਾ ਇਸ ਪਲੇਨ ਤੋਂ ਪਰਪੈਂਡੀਕੂਲਰ ਲੱਗਣਾ ਫੋਰਸ। ਠੀਕ ਹੈ, V क्रॉस B ਦਾ ਮਤਲਬ ਕੀ ਆ ਜਿਹੜੇ ਪਲੇਨ ਦੇ ਵਿੱਚ ਆਪਣਾ ਪਾਰਟੀਕਲ ਮੂਵ ਕਰਦਾ ਪਿਆ ਉਸ ਪਲੇਨ ਤੋਂ ਆਪਣਾ ਜਿਹੜਾ ਫੋਰਸ ਲੱਗੂਗਾ ਉਹ ਪਰਪੈਂਡੀਕੂਲਰ ਹੋਊਗਾ। ਇਹ V क्रॉस B ਦਾ ਮਤਲਬ ਹੈ। ठीक है, ਇਹਦਾ अपने को आ गया रिलेशन। प्रोपोर्शनल का साइन हटा दो, इक्वल आ गया K Q V क्रॉस B। K ਨੂੰ 1 पुट कर दो कांस्टेंट। मैग्नेटिक फोर्स का जो फार्मूला अपने को की बन गया V क्रॉस B। ये मैग्नेटिक फोर्स का अपने को फार्मूला। क्रॉस प्रोडक्ट जे ਆਪਾਂ ਹਟਾਉਂਦੇ ਆ ਕੀ ਬਣ ਜਾਊਗਾ F M इक्वल टू Q V B sin थीटा। डॉट प्रोडक्ट हटाउने आ cos आंदा, जे ਆਪਾਂ क्रॉस प्रोडक्ट हटाउने आ ਤਾਂ ਆਪਣੇ ਕੋਲ ਕੀ ਆ ਜਾਂਦਾ sin थीटा ਆ ਜਾਂਦਾ। ਇਹ ਆਪਣੇ ਕੋਲ ਫਾਰਮੂਲਾ ਬਣ ਗਿਆ ਕਿਹਦਾ ਮੈਗਨੈਟਿਕ ਫੋਰਸ ਐਕਸਪੀਰੀਐਂਸਡ ਬਾਈ ਮੈਗਨੈਟਿਕ ਫੀਲਡ। ਠੀਕ ਹੈ, ਚਾਰਜ ਪਾਰਟੀਕਲ एक्सपीरियंस मैग्नेटिक फोर्स कितना आ गया अपने को आ वाला आ गया। मतलब कोई भी चार्ज पार्टिकल ਜਿਹੜਾ मैग्नेटिक फोर्स एक्सपीरियंस करता वो इस फार्मूले ਦੇ इक्वल। ਹੁਣ ਇਹਦੇ ਕੋਈ ਸਪੈਸ਼ਲ ਕੇਸ ਆ, ਉਹ ਸਪੈਸ਼ਲ ਕੇਸ ਕੀ ਆ ਫਸਟ ਕੀ ਆਪਣੇ ਕੋਲ ਇਫ ਚਾਰਜ ਪਾਰਟੀਕਲ ਐਟ ਰੈਸਟ। ਜੇ ਚਾਰਜ ਪਾਰਟੀਕਲ ਮੂਵ ਨਹੀਂ ਕਰਦਾ ਪਿਆ, ਜੇ ਆਪਣਾ ਚਾਰਜ ਪਾਰਟੀਕਲ ਕੀ ਆ ਰੈਸਟ ਤੇ ਆ। ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਕੋਈ ਵੀ ਚੀਜ਼ ਜਦੋਂ ਰੈਸਟ 'ਚ ਆ, ਰੈਸਟ ਦਾ ਮਤਲਬ ਕੀ ਆ ਉਹਦੀ ਵੈਲੋਸਿਟੀ ਕੀ ਆ ਜ਼ੀਰੋ ਆ। ਮੂਵ ਹੀ ਨਹੀਂ ਕਰਦਾ ਪਿਆ ਤਾਂ ਵੈਲੋਸਿਟੀ ਆਪਣੇ ਆਪ ਜ਼ੀਰੋ। ਉਹਦੇ ਉੱਤੇ ਹੁਣ ਦੱਸੋ ਕਿੰਨਾ ਫੋਰਸ ਲੱਗੂ ਜੇ ਚਾਰਜ ਪਾਰਟੀਕਲ ਰੈਸਟ 'ਚ ਆ। ਮੈਗਨੈਟਿਕ ਫੀਲਡ ਆਪਾਂ ਅਪਲਾਈ ਕੀਤਾ ਹੋਇਆ ਪਰ ਚਾਰਜ ਪਾਰਟੀਕਲ ਪਹਿਲਾਂ ਮੂਵ ਕਰਦਾ ਸੀ, ਹੁਣ ਮੂਵ ਨਹੀਂ ਕਰਦਾ, ਰੈਸਟ 'ਚ ਆ। ਜੇ ਰੈਸਟ 'ਚ ਆ v ਦੀ ਵੈਲਿਊ 0 ਹੋਗੀ। ਜੇ v 0 ਆ ਸਾਰੀ ਟਰਮ ਕੀ ਹੋ ਜਾਣੀ 0। ਇਹਦਾ ਮਤਲਬ ਉਹਦੇ ਉੱਤੇ ਕੋਈ ਵੀ ਮੈਗਨੈਟਿਕ ਫੋਰਸ ਨਹੀਂ ਲੱਗਣੀ। ਜਦੋਂ ਵੀ ਕੋਈ ਚਾਰਜ ਪਾਰਟੀਕਲ ਰੈਸਟ ਦੇ ਵਿੱਚ ਹੋਊਗਾ ਆਪਾਂ ਕੀ ਕਵਾਂਗੇ ਮੈਗਨੈਟਿਕ ਫੀਲਡ ਕਰਕੇ ਉਹ ਕੋਈ ਵੀ ਫੋਰਸ ਐਕਸਪੀਰੀਅੰਸ ਨਹੀਂ ਕਰੂਗਾ। सेकंड फार्मूला, सेकंड स्पेशल केस की है थीटा इक्वल टू 90 डिग्री। जे चार्ज पार्टिकल मैग्नेटिक फील्ड तो परपेंडिकुलर मूव करता है उस वेले की होगा ਉਹਦੇ ਤੇ ਕਿੰਨਾ ਫੋਰਸ ਲੱਗੂ। ਆਪਾਂ ਇੱਥੇ 90 ਪੁੱਟ ਕਰ ਦਿੰਦੇ ਆ, ਦੇਖੋ ਕੀ ਬਣਦਾ ਪਿਆ QVB sin 90। sin 90 ਕਿੰਨਾ ਹੁੰਦਾ 1। ਇਹਦਾ ਮਤਲਬ FM ਦੀ ਵੈਲਿਊ ਕਿੰਨੀ ਆ ਗਈ QVB। ठीक है, ये ਜਿਹੜਾ मैग्नेटिक फोर्स आ ये मैक्सिमम ਹੁੰਦਾ, ਇਹ मैक्सिमम ਦੀ ਕੰਡੀਸ਼ਨ ਹੈ। ਇਹਦਾ ਮਤਲਬ ਜਦੋਂ ਵੀ ਕੋਈ ਚਾਰਜ ਪਾਰਟੀਕਲ ਕੀ ਕਰਦਾ ਪਿਆ ਮੈਗਨੈਟਿਕ ਫੀਲਡ ਤੋਂ ਪਰਪੈਂਡੀਕੂਲਰ ਡਾਇਰੈਕਸ਼ਨ 'ਚ ਮੂਵ ਕਰੂ ਉਹਦੇ ਉੱਤੇ ਕੀ ਹੋਊਗਾ ਮੈਕਸਿਮਮ ਮੈਗਨੈਟਿਕ ਫੋਰਸ ਲੱਗੂਗਾ। ਉਸ ਤੋਂ ਬਾਅਦ ਥਰਡ ਆਪਣੇ ਕੋਲ ਸਪੈਸ਼ਲ ਕੇਸ ਕੀ ਆ ਵੈਨ ਥੀਟਾ ਇਕੁਅਲ ਟੂ 0। ਥੀਟਾ 0 ਹੋਣ ਦਾ ਮਤਲਬ ਕੀ ਹੈ ਐਂਗਲ 0 ਹੋ ਗਿਆ। मतलब जिस डायरेक्शन में आप मैग्नेटिक फील्ड अप्लाई किया उसी डायरेक्शन में अपना चार्ज पार्टिकल मूव करता है। हुण आपां दसना उहदे ते कितना फोर्स लगूगा। पुट कर दो वैल्यू थीटा कितना हो गया 0। FM इक्वल टू QVB sin 0। आपां नूं पता sin 0 कितना होंदा 0। ਇਹਦਾ मतलब मैग्नेटिक फोर्स की वैल्यू कितनी आ गई 0। ठीक है, ਜਦੋਂ भी अपने कोल की होगा चार्ज पार्टिकल दे मोशन की डायरेक्शन अलोंग द डायरेक्शन ऑफ मैग्नेटिक फील्ड होगी उस वेले ਉਹਦੇ ਉੱਤੇ ਕੋਈ भी मैग्नेटिक फोर्स एक्सपीरियंस नहीं होगा। तो ये सीगे अपने ਅੱਜ ਦੇ स्पेशल केस ਜਿਹਦੇ 'ਚ ਆਪਾਂ डिस्कस ਕੀਤਾ कि कोई चार्ज पार्टिकल जो मैग्नेटिक फील्ड 'ਚ मूव करदा वा ਉਹਦੇ ਉੱਤੇ ਕਿੰਨਾ फोर्स एक्सपीरियंस होगा ਤੇ ਆਪਾਂ ਉਹਦੇ डिफरेंट स्पेशल केस ਆ ਜੋ डिस्कस ਕੀਤੇ। ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਟੌਪਿਕ। थैंक्स।